ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕੀਤੀ ਕਾਨਫਰੰਸ। ਦੱਸਾਂਗੇ ਉਹਨਾਂ ਨੇ ਕੀ ਕੁਝ ਕਿਹਾ। ਕੈਨੇਡਾ ਵਿੱਚ ਬੇਰੁਜ਼ਗਾਰੀ ਦਰ ਪਹਿਲਾਂ ਨਾਲੋਂ ਆਈ ਹੇਠਾਂ। ਦੱਸਾਂਗੇ ਤਾਜ਼ਾ ਅੰਕੜਿਆਂ ਮੁਤਾਬਕ ਕਿੰਨੀਆਂ ਨਵੀਆਂ ਨੌਕਰੀਆਂ ਮਾਰਚ ਮਹੀਨੇ ਜੁੜੀਆਂ। ਕਿਊਬੈਕ ਸਰਕਾਰ ਵੱਲੋਂ ਇਮੀਗ੍ਰੇਸ਼ਨ ਸੰਬੰਧੀ ਰੱਖਿਆ ਗਿਆ $246 ਮਿਲੀਅਨ ਦਾ ਬਜਟ। ਪ੍ਰਵਾਸੀਆਂ ਨੂੰ ਬੁਲਾਉਣ ਤੇ ਆਰਥਿਕਤਾ ਨੂੰ ਲੀਹ ਤੇ ਲਿਆਉਣ ਲਈ ਯੋਗਦਾਨ ਪਾਉਣ ਦਾ ਟੀਚਾ। ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਅੱਜ ਲਗਵਾਇਆ ਕੋਵਿਡ-19 ਦਾ ਟੀਕਾ। ਦੱਸਾਂਗੇ ਉਹਨਾਂ ਨੇ ਓਨਟਾਰੀਓ ਵਾਸੀਆਂ ਨੂੰ ਕੀ ਕਿਹਾ। ਸਿਟੀ ਆਫ ਟੋਰਾਂਟੋ ਨੇ ਦੱਸਿਆ ਕੋਵਿਡ-19 ਦੇ ਟੀਕੇ ਲਗਾਉਣ ਵਾਲੇ ਕਲੀਨਿਕਸ ਵਿੱਚ ਕੰਮ ਕਰਦੇ ਉਹਨਾਂ ਦੇ 2 ਕਾਮਿਆਂ ਨੂੰ ਹੋਇਆ ਕੋਵਿਡ-19। ਇਸ ਤਰ੍ਹਾਂ ਹੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸਵੇਰੇ ਜੋ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਦੇ ਵਿੱਚ ਮੁੱਖ ਗੱਲਾਂ ਉਹਨਾਂ ਨੇ ਕਹੀਆਂ, ਉਸ ਦੇ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਦੱਸਾਂਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਦੀ ਕਾਨਫਰੰਸ ਵਿੱਚ ਸਭ ਤੋਂ ਪਹਿਲਾਂ ਜਿਹੜਾ ਜ਼ਿਕਰ ਹੈ ਉਹਨਾਂ ਨੇ ਕੀਤਾ ਖਾਸ ਤੌਰ ਦੇ ਉੱਤੇ ਨੌਜਵਾਨਾਂ ਦੇ ਵਾਸਤੇ। ਜਿਹਨਾਂ ਕਿਹਾ ਕਿ ਨੌਜਵਾਨਾਂ ਦੇ ਵਿੱਚ ਜਿਹੜੇ ਘੱਟ ਉਮਰ ਦੇ ਨੇ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਇਸ ਸਮੇਂ ਸਾਹਮਣੇ ਆ ਰਹੀ ਹੈ, ਜਿਸ ਨੂੰ ਚਿੰਤਾਜਨਕ ਉਹਨਾਂ ਦੇ ਵੱਲੋਂ ਦੱਸਿਆ ਗਿਆ। ਤਾਂ ਨਾਲ ਹੀ ਕੈਨੇਡਾ ਵਾਸੀਆਂ ਨੂੰ ਉਹਨਾਂ ਨੇ ਕਿਹਾ ਕਿ ਇਸ ਸਮੇਂ ਜਿਹੜੀਆਂ ਵੀ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕੀਤੀ ਜਾਵੇ ਤਾਂ ਕਿ ਜੋ ਕੋਵਿਡ-19 ਦੇ ਮਾਮਲੇ ਇਹ ਕਾਫੀ ਗਿਣਤੀ ਦੇ ਵਿੱਚ ਸਾਹਮਣੇ ਆ ਰਹੇ ਨੇ ਉਸ ਦੇ ਉੱਤੇ ਕਾਬੂ ਪਾਇਆ ਜਾ ਸਕੇ। ਜਿਵੇਂ ਕਿ ICU ਦੇ ਵਿੱਚ ਜਿਹੜੇ ਕੋਵਿਡ-19 ਦੇ ਮਰੀਜ਼ ਨੇ ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਵੱਧ ਰਹੀ ਹੈ। 23% ਤੱਕ ਇਹ ਗਿਣਤੀ ਪਹਿਲਾਂ ਨਾਲੋਂ ਵੱਧ ਚੁੱਕੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦਾ ਜ਼ਿਕਰ ਕਰਦੇ ਹੋਏ ਕੈਨੇਡਾ ਵਾਸੀਆਂ ਨੂੰ ਕਿਹਾ ਕਿ ਉਹ ਹਦਾਇਤਾਂ ਦੀ ਪਾਲਣਾ ਕਰਨੀ ਨਾ ਛੱਡਣ, ਸੁਰੱਖਿਆ ਲਈ ਦੱਸੇ ਗਏ ਕਦਮ ਚੁੱਕੇ ਜਾਣ ਤੇ ਨਾਲ ਹੀ ਟੀਕਿਆਂ ਦੀ ਸਪਲਾਈ ਦਾ ਵੀ ਜ਼ਿਕਰ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਇਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ, ਕਦਮ ਚੁੱਕੇ ਜਾ ਰਹੇ ਨੇ ਤੇ ਜ਼ਿਆਦਾ ਤੋਂ ਜ਼ਿਆਦਾ ਕੈਨੇਡਾ ਵਾਸੀਆਂ ਤੱਕ ਟੀਕੇ ਪਹੁੰਚਾਉਣ ਦੇ ਉੱਤੇ ਕੋਸ਼ਿਸ਼ਾਂ ਜਾਰੀ ਨੇ। ਜਿਸ ਦੇ ਲਈ ਉਹਨਾਂ ਕਿਹਾ ਕਿ ਜਿਵੇਂ ਕਿ ਪਹਿਲਾਂ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਸੀ, ਸਤੰਬਰ ਮਹੀਨੇ ਤੱਕ ਉਹ ਕੈਨੇਡਾ ਵਾਸੀ ਜਿਹੜੇ ਟੀਕੇ ਲਗਵਾਉਣਾ ਚਾਹੁੰਦੇ ਨੇ ਉਹਨਾਂ ਦੇ ਟੀਕੇ ਲੱਗ ਜਾਣਗੇ। ਟੀਚਾ ਮਿਥਿਆ ਗਿਆ ਹੈ, ਜਿਸ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਜਾਣਕਾਰੀ ਦਿੱਤੀ ਤੇ ਉਹਨਾਂ ਨੇ ਖਾਸ ਤੌਰ ਦੇ ਉੱਤੇ ਉਹਨਾਂ ਪ੍ਰੋਗਰਾਮਸ ਦਾ ਵੀ ਮੁੜ ਤੋਂ ਜ਼ਿਕਰ ਕੀਤਾ ਜਿਨ੍ਹਾਂ ਦੇ ਰਾਹੀਂ ਕੈਨੇਡਾ ਵਾਸੀਆਂ ਨੂੰ ਵਿੱਤੀ ਮਦਦ ਦਿੱਤੀ ਜਾ ਰਹੀ ਹੈ ਉਸ ਸਮੇਂ ਜਦੋਂ ਕੋਵਿਡ-19 ਦੇ ਕਰਕੇ ਉਹਨਾਂ ਦੇ ਉੱਤੇ ਪ੍ਰਭਾਵ ਪਿਆ। Right now, we're seeing more and more young people being admitted to hospital with COVID-19. So too young people. There are more contagious and more serious variants out there. Even if you're younger, you can get sick very, very quickly. Or you can give the virus to someone you love who can get very sick. I know you've already done so much and sacrificed so much, but we just need you to hang in there a little bit longer. ਤਾਂ ਉਧਰ ਸਟੈਟਿਕਸ ਕੈਨੇਡਾ ਨੇ ਅੱਜ ਤਾਜ਼ਾ ਅੰਕੜੇ ਜਾਰੀ ਕੀਤੇ ਨੇ ਜਿਨ੍ਹਾਂ ਨੇ ਲੱਖਾਂ ਨੌਕਰੀਆਂ ਮੁੜ ਤੋਂ ਜੋ ਆਈਆਂ ਨੇ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਤੇ ਬੇਰੁਜ਼ਗਾਰੀ ਦਰ ਵੀ ਜੋ ਹੇਠਾਂ ਆਈ ਹੈ ਉਸ ਦੇ ਬਾਰੇ ਵੀ ਦੱਸਿਆ। ਸਟੈਟਿਕਸ ਕੈਨੇਡਾ ਨੇ ਜਾਣਕਾਰੀ ਦਿੱਤੀ ਹੈ ਕਿ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਮਾਰਚ ਮਹੀਨੇ 3,03,000 ਨਵੀਆਂ ਨੌਕਰੀਆਂ ਜੁੜੀਆਂ ਨੇ, ਜਿਸ ਦੇ ਨਾਲ ਬੇਰੁਜ਼ਗਾਰੀ ਦਰ ਦੇ ਉੱਤੇ ਵੀ ਪ੍ਰਭਾਵ ਪਿਆ ਹੈ। ਇਸ ਦੌਰਾਨ ਬੇਰੁਜ਼ਗਾਰੀ ਦਰ 7.5% ਤੱਕ ਦੱਸੀ ਗਈ ਹੈ, ਜਿਸ ਨੂੰ ਲੈ ਕੇ ਜੋ ਸਟੈਟਿਕਸ ਕੈਨੇਡਾ ਨੇ ਅੰਕੜੇ ਜਾਰੀ ਕੀਤੇ ਨੇ ਉਸ ਦੇ ਵਿੱਚ ਵੱਖੋ ਵੱਖਰੇ ਸੂਬੇ ਤੇ ਉਹਨਾਂ ਸੂਬਿਆਂ ਦੇ ਮੁੱਖ ਸ਼ਹਿਰ ਨੇ ਜੋ ਉਹਨਾਂ ਥਾਵਾਂ ਦੇ ਉੱਤੇ ਨੌਕਰੀਆਂ ਨੂੰ ਲੈ ਕੇ ਅੰਕੜੇ ਜਾਰੀ ਕੀਤੇ ਨੇ, ਜਿਸ ਦੇ ਵਿੱਚ ਇਸ ਦੌਰਾਨ ਵਿਭਾਗ ਦੇ ਵੱਲੋਂ ਕਿਹਾ ਗਿਆ ਕਿ 95,000 ਰੀਟੇਲ ਸੈਕਟਰ ਦੇ ਵਿੱਚ ਹੋਰ ਨੌਕਰੀਆਂ ਮਾਰਚ ਮਹੀਨੇ ਆਈਆਂ ਨੇ ਜੋ ਕਿ ਜਨਵਰੀ ਮਹੀਨੇ ਵਿੱਚ ਲੋਕਡਾਊਨ ਲੱਗਣ ਦੇ ਕਰਕੇ ਗਈਆਂ ਸਨ। ਇਸ ਦੌਰਾਨ ਕਿਹਾ ਗਿਆ ਹੈ ਕਿ ਬੇਸ਼ੱਕ ਇਸ ਸਮੇਂ ਕੋਵਿਡ-19 ਦੇ ਕਰਕੇ ਜੋ ਹਦਾਇਤਾਂ ਨੇ ਕਾਫੀ ਸਖਤ ਨੇ, ਪਰ ਫਿਰ ਵੀ ਨਵੀਆਂ ਨੌਕਰੀਆਂ ਆ ਰਹੀਆਂ ਨੇ, ਜਿਸ ਦੇ ਨਾਲ ਆਰਥਿਕਤਾ ਮੁੜ ਤੋਂ ਲੀਹ ਤੇ ਲਿਆਉਣ ਦੇ ਵਾਸਤੇ ਜੋ ਕਦਮ ਵੀ ਚੁੱਕੇ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਜੋ ਆਰਥਿਕਤਾ ਮੁੜ ਤੇ ਲੀਹ ਤੇ ਆ ਰਹੀ ਹੈ ਉਸ ਨੂੰ ਲੈ ਕੇ ਵੀ ਉਹਨਾਂ ਨੇ ਇਹ ਅੰਕੜੇ ਦੱਸੇ ਨੇ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ 21,000 ਨੌਕਰੀਆਂ ਫੂਡ ਸਰਵਿਸ ਸੈਕਟਰ ਦੇ ਵਿੱਚ ਵੀ ਨਵੀਆਂ ਆਈਆਂ ਨੇ। ਪਰ ਇਸ ਦੌਰਾਨ ਉਹਨਾਂ ਨੇ ਵੀ ਕਿਹਾ ਕਿ ਜੋ ਕੋਵਿਡ-19 ਦੇ ਕਰਕੇ ਸਖਤ ਹਦਾਇਤਾਂ ਲੱਗੀਆਂ ਉਸ ਦੌਰਾਨ ਫੂਡ ਸਰਵਿਸਿਜ਼ ਸੈਕਟਰ ਨੇ ਜੋ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਪ੍ਰਭਾਵ ਪਿਆ, ਜਿਸ ਦੇ ਵਿੱਚ ਮੁੜ ਤੋਂ ਆਰਥਿਕਤਾ ਲੀਹ ਤੇ ਆਉਣ ਦੇ ਲਈ ਕਾਫੀ ਚਿਰ ਲੱਗ ਸਕਦਾ ਹੈ, ਜਿਸ ਦੇ ਵਿੱਚ 2,98,000 ਤੱਕ ਨੌਕਰੀਆਂ ਚਲੀਆਂ ਗਈਆਂ ਸਨ। ਇਸ ਦੌਰਾਨ ਜਦੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਇਸ ਦੇ ਵਿੱਚ ਜੇਕਰ ਤੁਲਨਾ ਕਰਕੇ ਦੇਖੀ ਜਾਵੇ ਤਾਂ ਫਰਵਰੀ ਮਹੀਨੇ ਵਿੱਚ 2,59,000 ਤੱਕ ਨਵੀਆਂ ਨੌਕਰੀਆਂ ਦੇਖੀਆਂ ਗਈਆਂ ਸਨ। ਸ਼ੁੱਕਰਵਾਰ ਦੀ ਸਵੇਰ ਨੂੰ ਹੀ ਸਟੈਟਿਕਸ ਕੈਨੇਡਾ ਨੇ ਇਹ ਅੰਕੜੇ ਜਾਰੀ ਕੀਤੇ ਨੇ। ਬੇਰੁਜ਼ਗਾਰੀ ਦਰ ਪਹਿਲਾਂ ਨਾਲੋਂ ਹੇਠਾਂ ਆਈ ਹੈ, ਇਸ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ ਕਿਉਂਕਿ ਜੇ ਫਰਵਰੀ ਮਹੀਨੇ ਨਾਲ ਤੁਲਨਾ ਕੀਤੀ ਜਾਵੇ ਤਾਂ ਫਰਵਰੀ ਵਿੱਚ ਬੇਰੁਜ਼ਗਾਰੀ ਦਰ 8.2 ਸੀ, ਜਦਕਿ ਮਾਰਚ ਵਿੱਚ 7.5 ਤੱਕ ਪਹੁੰਚ ਗਈ। ਲਿਬਰਲ ਪਾਰਟੀ ਨੇ ਅੱਜ ਕਨਵੈਨਸ਼ਨ ਕਰਵਾਈ ਸੀ ਜਿਸ ਦੇ ਵਿੱਚ ਲਿਬਰਲ ਪਾਰਟੀ ਤੋਂ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ।
ਵਰਚੁਅਲ ਇਹ ਕਨਵੈਨਸ਼ਨ ਕਰਵਾਈ ਗਈ, ਜੋ ਕਿ ਲਾਈਵ ਵੀ ਕੀਤੀ ਗਈ ਸੀ ਤੇ ਉਸ ਦੇ ਵਿੱਚ ਜਿਹੜੀਆਂ ਵੀ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਜਨਤਕ ਤੌਰ ਦੇ ਉੱਤੇ ਲਿਬਰਲ ਪਾਰਟੀ ਦੇ ਬਾਰੇ ਇਸ ਦੇ ਵਿੱਚ ਕਾਫੀ ਗੱਲਾਂ ਕੀਤੀਆਂ ਗਈਆਂ ਕਿ ਕਿਹੜੀਆਂ ਚੁਣੌਤੀਆਂ ਦੇ ਵਿੱਚੋਂ ਪਾਰਟੀ ਲੰਘੀ ਤੇ ਲੰਘ ਰਹੀ ਹੈ, ਖਾਸ ਤੌਰ ਦੇ ਉੱਤੇ ਸਾਲ 2020 ਦੇ ਵਿੱਚ ਕੋਵਿਡ-19 ਦੇ ਕਰਕੇ ਕੀ ਪ੍ਰਭਾਵ ਪਿਆ ਤੇ ਅੱਗੇ ਉਹਨਾਂ ਦੇ ਵੱਲੋਂ ਭਵਿੱਖ ਦੇ ਲਈ ਕੀ ਰਣਨੀਤੀਆਂ ਬਣਾਈਆਂ ਜਾ ਰਹੀਆਂ ਨੇ ਜਿਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ, ਉਸ ਦਾ ਉਹਨਾਂ ਨੇ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਦੇ ਬਾਰੇ ਜਾਣਕਾਰੀ ਦਿੱਤੀ ਤਾਂ ਉਹਨਾਂ ਦੀ ਪਤਨੀ ਸੋਫੀ ਟਰੂਡੋ ਨੇ ਵੀ ਇਸ ਦੇ ਵਿੱਚ ਹਿੱਸਾ ਲਿਆ, ਜਿਨ੍ਹਾਂ ਦੇ ਵੱਲੋਂ ਵੀ ਸੰਬੋਧਨ ਕੀਤਾ ਗਿਆ। ਵੱਖੋ ਵੱਖਰੇ ਲਿਬਰਲ ਅਧਿਕਾਰੀਆਂ ਦੇ ਵੱਲੋਂ ਇਸ ਮੌਕੇ ਜਦੋਂ ਇਸ ਕਨਵੈਨਸ਼ਨ ਦੇ ਵਿੱਚ ਹਿੱਸਾ ਲਿਆ ਤਾਂ ਉਹਨਾਂ ਨੇ ਇੱਥੇ ਇਹ ਵੀ ਜ਼ਿਕਰ ਕੀਤਾ ਕਿ ਲਿਬਰਲ ਪਾਰਟੀ ਨੂੰ ਅੱਗੇ ਹੋਰ ਵਧਾਉਣ ਦੇ ਵਾਸਤੇ, ਇਸ ਉੱਤੇ ਕੰਮ ਕਰਨ ਦੇ ਵਾਸਤੇ ਜਿਹੜਾ ਵੀ ਕਦਮ ਚੁੱਕਣ ਦੀ ਲੋੜ ਪਵੇਗੀ ਉਹ ਚੁੱਕਣਗੇ ਤੇ ਇਸ ਉੱਤੇ ਕੰਮ ਕੀਤਾ ਜਾਵੇਗਾ। ਅਗਲੀ ਖਬਰ ਕਿਊਬੈਕ ਤੋਂ ਹੈ। ਕਿਊਬੈਕ ਦੇ ਵਿੱਚ ਜੋ ਬਜਟ ਰੱਖਿਆ ਗਿਆ ਸੂਬੇ ਦੇ ਵੱਲੋਂ ਉਸ ਦੇ ਵਿੱਚ $246 ਮਿਲੀਅਨ ਇਮੀਗ੍ਰੇਸ਼ਨ ਨਾਲ ਸੰਬੰਧਿਤ ਰੱਖੇ ਗਏ ਨੇ ਉਹਨਾਂ ਕੰਮਾਂ ਦੇ ਵਾਸਤੇ ਜਿਨ੍ਹਾਂ ਦੇ ਨਾਲ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਸੂਬੇ ਦੇ ਵਿੱਚ ਬੁਲਾਇਆ ਜਾ ਸਕੇ, ਉਹਨਾਂ ਨੂੰ ਉੱਥੇ ਆਉਣ ਦਾ ਮੌਕਾ ਦਿੱਤਾ ਜਾ ਸਕੇ, ਜਿਸ ਦੇ ਨਾਲ ਆਰਥਿਕਤਾ ਨੂੰ ਮੁੜ ਤੋਂ ਲੀਹ ਤੇ ਲਿਆਉਣ ਦੇ ਵਾਸਤੇ ਵੀ ਯੋਗਦਾਨ ਪਾਇਆ ਜਾ ਸਕੇ। ਕਿਊਬੈਕ ਸਰਕਾਰ ਨੇ ਇਮੀਗ੍ਰੇਸ਼ਨ ਵਿਭਾਗ ਦੇ ਵਾਸਤੇ ਜਦੋਂ ਇਸ ਦੇ ਬਾਰੇ ਜਾਣਕਾਰੀ ਵੀ ਦਿੱਤੀ ਹੈ ਤਾਂ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਖਾਸ ਤੌਰ ਦੇ ਉੱਤੇ ਇਸ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਹ ਚਾਹੁੰਦੇ ਨੇ ਕਿ ਪ੍ਰਵਾਸੀ ਨੇ ਜਿਹੜੇ ਤੇ ਖਾਸ ਤੌਰ ਦੇ ਉੱਤੇ ਜਿਨ੍ਹਾਂ ਖਿੱਤਿਆਂ ਦੇ ਵਿੱਚ ਜਿਹੜੀਆਂ ਥਾਵਾਂ ਦੇ ਉੱਤੇ ਉਹਨਾਂ ਨੂੰ ਜ਼ਿਆਦਾ ਲੋੜ ਹੈ ਕਾਮਿਆਂ ਦੀ ਤੇ ਉੱਥੇ ਪ੍ਰਵਾਸੀਆਂ ਨੂੰ ਬੁਲਾਉਣ ਦੇ ਵਾਸਤੇ ਜੋ ਵੱਖੋ ਵੱਖਰੇ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਨੇ, ਕੀਤੇ ਗਏ ਨੇ ਤੇ ਸਮੇਂ ਵੀ ਚੱਲ ਰਹੇ ਨੇ, ਉਹਨਾਂ ਦੇ ਰਾਹੀਂ ਪ੍ਰਵਾਸੀਆਂ ਨੂੰ ਬੁਲਾਉਣ ਦੇ ਵਾਸਤੇ ਕੰਮ ਕੀਤਾ ਜਾਂਦਾ ਹੈ। ਤਾਂ ਨਾਲ ਹੀ ਖਾਸ ਤੌਰ ਦੇ ਉੱਤੇ ਫ੍ਰੈਂਚ ਭਾਸ਼ਾ ਵੀ ਜਿਨ੍ਹਾਂ ਨੂੰ ਆਉਂਦੀ ਹੈ ਉਹਨਾਂ ਦੇ ਵਾਸਤੇ ਵੀ ਕਾਫੀ ਰਸਤੇ ਖੁੱਲ੍ਹੇ ਨੇ ਕਿ ਉਹ ਕਿਊਬੈਕ ਦੇ ਵਿੱਚ ਆ ਕੇ ਰਹਿ ਸਕਦੇ ਨੇ ਤੇ ਅੱਗੇ ਉਹ ਆਪਣੀ PR ਦੀ ਪ੍ਰਕਿਰਿਆ ਵੀ ਸ਼ੁਰੂ ਕਰ ਸਕਦੇ ਨੇ। ਤੇ ਇਸ ਨੂੰ ਲੈ ਕੇ ਜੋ ਵੱਖ ਵੱਖਰੇ ਮੌਕੇ ਦਿੱਤੇ ਜਾ ਰਹੇ ਨੇ ਤਾਂ ਉਸ ਦੇ ਵਿੱਚ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਗਿਆ ਕਿ ਇਮੀਗ੍ਰੇਸ਼ਨ ਦੇ ਨਾਲ ਆਰਥਿਕਤਾ ਵਿੱਚ ਕਿਸ ਤਰ੍ਹਾਂ ਯੋਗਦਾਨ ਪਾਇਆ ਜਾ ਸਕਦਾ ਹੈ, ਉਸ ਦੇ ਉੱਤੇ ਵੀ ਕੰਮ ਚੱਲ ਰਿਹਾ ਹੈ ਤੇ ਇਸੇ ਨੂੰ ਲੈ ਕੇ ਇਹ ਬਜਟ ਰੱਖਿਆ ਗਿਆ ਹੈ। ਇੱਥੇ ਬਿਲਕੁਲ ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਨੇ ਵੀ ਜਦੋਂ ਵੀ ਆਰਥਿਕਤਾ ਮੁੜ ਤੋਂ ਲੀਹ ਤੇ ਲਿਆਉਣ ਦਾ ਜ਼ਿਕਰ ਕੀਤਾ ਤਾਂ ਉਸ ਦੇ ਵਿੱਚ ਇਹ ਗੱਲ ਵੀ ਮੁੱਖ ਤੌਰ ਦੇ ਉੱਤੇ ਕਹੀ ਗਈ ਹੈ ਕਿ ਇਮੀਗ੍ਰੇਸ਼ਨ ਦਾ ਆਰਥਿਕਤਾ ਨੂੰ ਮੁੜ ਤੋਂ ਲੀਹ ਤੇ ਲਿਆਉਣ ਦੇ ਵਾਸਤੇ ਮੁੱਖ ਯੋਗਦਾਨ ਰਹੇਗਾ। ਤਾਂ ਇਸ ਨੂੰ ਹੀ ਵੱਡਾ ਕਾਰਨ ਮੰਨਿਆ ਗਿਆ ਕਿ ਆਉਂਦੇ 3 ਸਾਲ ਤੱਕ ਕੈਨੇਡਾ ਨੇ 12 ਲੱਖ ਤੱਕ ਪ੍ਰਵਾਸੀਆਂ ਨੂੰ ਪੱਕੇ ਕਰਨ ਦਾ ਟੀਚਾ ਮਿਥਿਆ ਤਾਂ ਕਿ ਆਰਥਿਕਤਾ ਦੇ ਵਿੱਚ ਇਸ ਨਾਲ ਚੰਗਾ ਯੋਗਦਾਨ ਪਾਇਆ ਜਾ ਸਕੇ। ਤਾਂ ਉਧਰ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਵੱਲੋਂ ਜਦੋਂ ਅੱਜ ਜਾਣਕਾਰੀ ਸਾਂਝੀ ਕੀਤੀ ਗਈ ਤਾਂ ਉਹਨਾਂ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਿਸ ਦੇ ਵਿੱਚ ਉਹ ਕੋਵਿਡ-19 ਦਾ ਟੀਕਾ ਲਗਵਾਉਂਦੇ ਹੋਏ ਦਿਖਾਈ ਦੇ ਰਹੇ ਨੇ, ਜਿਨ੍ਹਾਂ ਨੇ ਐਸਟਰਾਜ਼ੈਨੇਕਾ ਦੀ ਡੋਜ਼ ਲਗਵਾਈ। ਟੀਕਾ ਲਗਵਾਉਣ ਦੀ ਤਸਵੀਰ ਸਾਂਝੀ ਕਰਦੇ ਹੋਏ ਤੇ ਨਾਲ ਹੀ ਅੱਜ ਪ੍ਰੀਮੀਅਰ ਡਗ ਫੋਰਡ ਨੇ ਜਦੋਂ ਸੰਬੋਧਨ ਵੀ ਕੀਤਾ ਤਾਂ ਜਾਣਕਾਰੀ ਦਿੱਤੀ ਕਿ 1 ਲੱਖ ਟੀਕੇ ਕੋਵਿਡ-19 ਦੇ ਕੱਲ ਸੂਬੇ ਵਿੱਚ ਲਗਾਏ ਗਏ ਸਨ ਤੇ ਕੱਲ ਤੱਕ ਜੋ ਦਸੰਬਰ ਤੋਂ ਲੈ ਕੇ ਹੁਣ ਤੱਕ ਕੋਵਿਡ-19 ਦੇ ਟੀਕਿਆਂ ਦੀ ਸਪਲਾਈ ਆ ਰਹੀ ਹੈ ਉਸ ਮੁਤਾਬਕ ਟੀਕੇ ਲਗਾਏ ਜਾ ਰਹੇ ਨੇ ਤਾਂ 30 ਲੱਖ ਵਿਅਕਤੀਆਂ ਨੂੰ ਟੀਕੇ ਲੱਗ ਜਾਣਗੇ। ਇਸ ਦੇ ਬਾਰੇ ਡਗ ਫੋਰਡ ਦੇ ਵੱਲੋਂ ਜਾਣਕਾਰੀ ਦਿੱਤੀ ਗਈ। ਜਿਵੇਂ ਕਿ ਇਸ ਸਮੇਂ 50 ਸਾਲ ਦੀ ਉਮਰ ਤੋਂ ਵੱਧ ਦੇ ਵਿਅਕਤੀਆਂ ਨੂੰ ਵੀ ਟੀਕੇ ਲੱਗ ਰਹੇ ਨੇ ਤਾਂ ਉਹਨਾਂ ਦੀ ਸੂਚੀ ਦੇ ਵਿੱਚ ਹੀ ਪ੍ਰੀਮੀਅਰ ਡਗ ਫੋਰਡ ਦੀ ਵਾਰੀ ਵੀ ਆਈ ਜਿਨ੍ਹਾਂ ਨੇ ਕੋਵਿਡ-19 ਦਾ ਟੀਕਾ ਲਗਵਾਇਆ, ਜਿਸ ਦੇ ਵਾਸਤੇ ਉਹਨਾਂ ਨੇ ਓਨਟਾਰੀਓ ਵਾਸੀਆਂ ਨੂੰ ਕਿਹਾ ਕਿ ਵਾਰੀ ਸਿਰ ਉਹਨਾਂ ਦੇ ਵੱਲੋਂ ਟੀਕੇ ਲਗਵਾਏ ਜਾਣ ਤੇ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਕਿ ਜੋ ਇਸ ਸਮੇਂ ਹਾਲਾਤ ਚੱਲ ਰਹੇ ਨੇ ਉਸ ਦੇ ਵਿੱਚੋਂ ਨਿਕਲਿਆ ਜਾ ਸਕੇ। ਤਾਂ ਉਧਰ ਅਗਲੀ ਖਬਰ ਹੈ ਸਿਟੀ ਆਫ ਟੋਰਾਂਟੋ ਨੇ ਜੋ ਅੱਜ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਹੈ ਕਿ 2 ਅਜਿਹੇ ਕਾਮੇ ਜੋ ਕਿ ਕੋਵਿਡ-19 ਦੇ ਟੀਕੇ ਲੱਗਣ ਵਾਲੇ ਕਲੀਨਿਕਸ ਦੇ ਵਿੱਚ ਕੰਮ ਕਰ ਰਹੇ ਸਨ ਉਹਨਾਂ ਨੂੰ ਕੋਵਿਡ-19 ਤੋਂ ਪੋਜ਼ਿਟਿਵ ਪਾਇਆ ਗਿਆ ਹੈ। ਟੋਰਾਂਟੋ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਸਿਟੀ ਦੇ 2 ਕਾਮੇ ਜੋ ਕਿ ਟੋਰਾਂਟੋ ਵਿੱਚ 2 ਵੱਖੋ ਵੱਖਰੀਆਂ ਥਾਵਾਂ ਜਿੱਥੇ ਟੀਕੇ ਲੱਗਦੇ ਨੇ ਉਹਨਾਂ ਕਲੀਨਿਕਸ ਦੇ ਵਿੱਚ ਕੰਮ ਕਰ ਰਹੇ ਸੀ ਉਹਨਾਂ ਨੂੰ ਕੋਵਿਡ-19 ਤੋਂ ਪੋਜ਼ਿਟਿਵ ਪਾਇਆ ਗਿਆ ਹੈ। ਇਸ ਦੇ ਬਾਰੇ ਸ਼ੁੱਕਰਵਾਰ ਦੀ ਦੁਪਹਿਰ ਨੂੰ ਸਿਟੀ ਨੇ ਜਾਣਕਾਰੀ ਦਿੱਤੀ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਦਾ ਇੱਕ ਕਾਮਾ ਮੈਟਰੋ ਟੋਰਾਂਟੋ ਕਨਵੈਨਸ਼ਨ ਸੈਂਟਰ ਦੇ ਵਿੱਚ ਜਿੱਥੇ ਕਿ ਟੀਕੇ ਲੱਗ ਰਹੇ ਨੇ ਕਲੀਨਿਕ ਦੇ ਵਿੱਚ ਉੱਥੇ ਕੰਮ ਕਰ ਰਿਹਾ ਸੀ ਤੇ ਅਪ੍ਰੈਲ 2 ਤੋਂ 5 ਤੱਕ ਉਸਨੇ ਕੰਮ ਕੀਤਾ ਤੇ ਦੂਜਾ ਕੰਮ ਸਕਾਰਬਰੋ ਟਾਊਨ ਸੈਂਟਰ ਕਲੀਨਿਕ ਦੇ ਵਿੱਚ ਕੰਮ ਕਰ ਰਿਹਾ ਸੀ ਜਿੱਥੇ ਟੀਕੇ ਲੱਗ ਰਹੇ ਸਨ ਜਿਸਨੇ ਕਿ ਮਾਰਚ 31 ਤੋਂ ਅਪ੍ਰੈਲ 2 ਤੱਕ ਕੰਮ ਕੀਤਾ ਜਿਸ ਨੂੰ ਕਿ ਕੋਵਿਡ-19 ਤੋਂ ਪੋਜ਼ਿਟਿਵ ਪਾਇਆ ਗਿਆ ਹੈ। ਜਿਸ ਤੋਂ ਬਾਅਦ ਪਾਰਦਰਸ਼ਤਾ ਨੂੰ ਬਣਾਏ ਰੱਖਣ ਦੇ ਵਾਸਤੇ ਸਿਟੀ ਨੇ ਇਸ ਦੇ ਬਾਰੇ ਜਾਣਕਾਰੀ ਜਨਤਕ ਤੌਰ ਦੇ ਉੱਤੇ ਜਾਰੀ ਕੀਤੀ ਹੈ ਜਿਨ੍ਹਾਂ ਕਿਹਾ ਕਿ ਇਹਨਾਂ ਮਾਮਲਿਆਂ ਕਰਕੇ ਉਹਨਾਂ ਵਿਅਕਤੀਆਂ ਨੂੰ ਰਿਸਕ ਬਹੁਤ ਘੱਟ ਹੈ ਜਿਹੜੇ ਕਿ ਉਹਨਾਂ ਕਲੀਨਿਕਸ ਦੇ ਉੱਤੇ ਇਸ ਸਮੇਂ ਦੌਰਾਨ ਪਹੁੰਚੇ ਕੋਵਿਡ-19 ਹੋਣ ਦਾ, ਜਿਸ ਦੇ ਬਾਰੇ ਉਹਨਾਂ ਨੇ ਕਿਹਾ ਕਿ ਜਿਹੜੇ ਕਾਮਿਆਂ ਨੂੰ ਕੋਵਿਡ-19 ਤੋਂ ਪੋਜ਼ਿਟਿਵ ਪਾਇਆ ਗਿਆ ਹੈ ਉਹਨਾਂ ਦੇ ਸੰਪਰਕ ਵਿੱਚ ਹੋਰ ਜਿੰਨੇ ਵੀ ਵਿਅਕਤੀ ਸਨ
ਉਹਨਾਂ ਨੇ PPE ਕਿਟਸ ਪਾਈਆਂ ਹੋਈਆਂ ਸੀ ਤੇ ਨਾਲ ਹੀ ਵਿੱਥ ਵੀ ਬਣਾ ਕੇ ਰੱਖੀ ਹੋਈ ਸੀ, ਜਿਸ ਕਰਕੇ ਰਿਸਕ ਬਹੁਤ ਘੱਟ ਹੈ ਕਿ ਉਹਨਾਂ ਦੇ ਕਰਕੇ ਕਿਸੇ ਹੋਰ ਨੂੰ COVID-19 ਹੋਇਆ ਹੋਵੇ। ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਦੋਵੇਂ ਕਲੀਨਿਕ ਚੰਗੀ ਤਰ੍ਹਾਂ ਸਾਫ਼ ਕੀਤੇ ਗਏ ਨੇ, ਸੈਨੀਟਾਈਜ਼ ਕੀਤੇ ਗਏ ਨੇ ਤਾਂ ਕਿ ਦੁਬਾਰਾ ਤੋਂ ਉੱਥੇ ਕੰਮ ਸ਼ੁਰੂ ਕੀਤਾ ਜਾ ਸਕੇ ਤੇ ਉਹਨਾਂ ਦੇ ਸੰਪਰਕ ਵਿੱਚ ਜੇਕਰ ਕੋਈ ਹੋਰ ਕਾਮਾ ਆਇਆ ਹੈ ਤਾਂ ਉਹਨਾਂ ਨੂੰ ਵੀ ਇਸ ਦੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ, ਜੋ ਕਿ ਸਿਹਤ ਅਧਿਕਾਰੀਆਂ ਦੇ ਵੱਲੋਂ ਜਿਵੇਂ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਉਸ ਮੁਤਾਬਕ ਅੱਗੇ ਕਦਮ ਚੁੱਕਣਗੇ। ਜਿਨ੍ਹਾਂ ਨਾਲ ਹੀ ਇਹ ਵੀ ਕਿਹਾ ਹੈ ਕਿ ਅਪ੍ਰੈਲ 2 ਤੋਂ 5 ਤੱਕ ਤੇ ਮਾਰਚ 31 ਤੋਂ 2 ਤੱਕ ਇਹਨਾਂ ਦੋਵੇਂ ਕਲੀਨਿਕਸ ਦੇ ਉੱਤੇ ਜਿਹੜੇ ਵੀ ਵਿਅਕਤੀ ਆਏ ਸੀ ਉਹ COVID-19 ਦੇ ਲੱਛਣਾਂ ਨੂੰ ਲੈ ਕੇ ਚੰਗੀ ਤਰ੍ਹਾਂ ਧਿਆਨ ਜ਼ਰੂਰ ਦੇਣ ਕਿ ਅਗਲੇ 14 ਦਿਨ ਦੇ ਵਾਸਤੇ ਉਹਨਾਂ ਨੂੰ ਖੁਦ ਦਾ ਬਚਾਅ ਰੱਖਣਾ ਪਵੇਗਾ ਕਿ ਜੇਕਰ ਉਹਨਾਂ ਨੂੰ ਕੋਈ ਵੀ ਲੱਛਣ ਦਿਖਾਈ ਦਿੰਦਾ ਹੈ ਤਾਂ ਖੁਦ ਨੂੰ ਕੁਆਰੰਟਾਈਨ ਕਰ ਲੈਣ ਤੇ ਇਸ ਦੇ ਬਾਰੇ ਅੱਗੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ, ਯਾਨੀ ਕਿ ਅੱਗੇ COVID-19 ਦਾ ਟੈਸਟ ਵੀ ਕਰਵਾਇਆ ਜਾ ਸਕਦਾ ਹੈ। ਸਿਟੀ ਵੱਲੋਂ ਇਸ ਸਮੇਂ 6 ਥਾਵਾਂ ਦੇ ਉੱਤੇ COVID-19 ਦੇ ਟੀਕੇ ਲਗਾਏ ਜਾ ਰਹੇ ਨੇ ਤੇ 3 ਹੋਰ ਕਲੀਨਿਕ ਅਗਲੇ ਹਫ਼ਤੇ ਤੱਕ ਖੁੱਲਣ ਦੀ ਉਮੀਦ ਹੈ। ਸ਼ੁੱਕਰਵਾਰ ਦੇ ਦਿਨ ਟੋਰਾਂਟੋ ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ COVID-19 ਦੇ ਮਾਮਲਿਆਂ ਦੀ ਗਿਣਤੀ ਸਾਹਮਣੇ ਆਈ ਹੈ, ਜਿੱਥੇ ਕਿ ਸਿਟੀ ਨੇ ਦੱਸਿਆ ਕਿ 1304 ਨਵੇਂ ਮਾਮਲੇ ਸਾਹਮਣੇ ਆਏ ਨੇ। ਅਗਲੀ ਖਬਰ ਵੈਨਕੂਵਰ ਤੋਂ ਹੈ। ਵੈਨਕੂਵਰ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਮੈਰੀਨ ਵੇ ਦੇ ਉੱਤੇ ਇੱਕ ਵਿਅਕਤੀ ਆਪਣੀ ਗੱਡੀ ਦੇ ਵਿੱਚ ਮੌਜੂਦ ਸੀ ਜਦੋਂ ਵੀਰਵਾਰ ਦੀ ਰਾਤ ਨੂੰ 9 ਵਜੇ ਦੇ ਕਰੀਬ ਉਸ ਨੂੰ ਗੋਲੀ ਮਾਰੀ ਗਈ, ਜਿਸ ਦੀ ਹਾਲਤ ਇਸ ਸਮੇਂ ਗੰਭੀਰ ਬਣੀ ਹੋਈ ਹੈ। ਇਸ ਦੌਰਾਨ ਪੁਲਿਸ ਨੇ ਉਸ ਵਿਅਕਤੀ ਦੀ ਪਛਾਣ ਤਾਂ ਨਹੀਂ ਜਨਤਕ ਕੀਤੀ, ਪਰ ਉਹਨਾਂ ਨੇ ਇਸ ਮਾਮਲੇ ਦੇ ਬਾਰੇ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਹੈ। ਵੈਨਕੂਵਰ ਪੁਲਿਸ ਨੇ ਇਸ ਦੇ ਬਾਰੇ ਜਾਣਕਾਰੀ ਦੱਸਦੇ ਹੋਏ ਕਿਹਾ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ, ਰਾਤ ਦੇ 9 ਵਜੇ ਦੇ ਕਰੀਬ ਦਾ ਸਮਾਂ ਸੀ ਜਦੋਂ ਦੱਸਿਆ ਗਿਆ ਕਿ ਇੱਕ ਵਿਅਕਤੀ ਜ਼ਖਮੀ ਹਾਲਤ ਵਿੱਚ ਮੌਜੂਦ ਹੈ। ਦਰਅਸਲ ਉਸ ਵਿਅਕਤੀ ਨੂੰ ਜਦੋਂ ਗੋਲੀ ਲੱਗੀ ਤਾਂ ਗੱਡੀ ਲੈ ਕੇ ਉਹ ਖੁਦ ਹੀ ਕੁਝ ਦੂਰ ਤੱਕ ਗਿਆ ਤੇ ਉੱਥੇ ਜਾ ਕੇ ਜਦੋਂ ਉਸਨੂੰ ਵਿਅਕਤੀ ਦਿਖਾਈ ਦਿੱਤਾ ਤਾਂ ਕਿਸੇ ਨੂੰ ਉਸਨੇ ਕਿਹਾ ਕਿ 911 ਤੇ ਉਹ ਫੋਨ ਕਰ ਦੇਵੇ, ਜਿਸ ਤੋਂ ਬਾਅਦ ਜਦੋਂ ਪੁਲਿਸ ਅਧਿਕਾਰੀ ਪਹੁੰਚੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਇਸ ਸਮੇਂ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜੋ ਕਿ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ। ਇਸ ਦੌਰਾਨ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਤੋਂ ਬਾਅਦ ਆਮ ਲੋਕਾਂ ਨੂੰ ਤਾਂ ਕੋਈ ਖਤਰਾ ਨਹੀਂ ਹੈ, ਪਰ ਫਿਲਹਾਲ ਉਹ ਇਹ ਵੀ ਪੁਸ਼ਟੀ ਨਹੀਂ ਕਰ ਸਕਦੇ ਕਿ ਇਸ ਘਟਨਾ ਦਾ ਸਬੰਧ ਗੈਂਗਵਾਰ ਨਾਲ ਹੈ ਜਾਂ ਨਹੀਂ। ਤਾਂ ਉਧਰ ਅੱਜ ਸਰੀ RCMP ਨੇ 2 ਵਿਅਕਤੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਸਰੀ ਵਿੱਚ ਇੱਕ ਬੈਂਕ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਮਾਮਲੇ ਦੇ ਵਿੱਚ ਉਹਨਾਂ ਨੇ ਇਹਨਾਂ ਵਿਅਕਤੀਆਂ ਦੀ ਪਛਾਣ ਕਰਨ ਦੇ ਵਾਸਤੇ ਸਹਿਯੋਗ ਮੰਗਿਆ ਹੈ। ਸਰੀ RCMP ਨੇ 2 ਸ਼ੱਕੀ ਵਿਅਕਤੀਆਂ ਦੀ ਭਾਲ ਦੇ ਵਾਸਤੇ ਉਹਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਨੇ ਤੇ ਉਹਨਾਂ ਨੂੰ ਲੱਭਣ ਦੇ ਵਾਸਤੇ ਮਦਦ ਦੀ ਮੰਗ ਕੀਤੀ ਹੈ, ਜਿਸ ਦੇ ਲਈ ਸਰੀ RCMP ਨੇ ਜਾਣਕਾਰੀ ਦਿੱਤੀ ਕਿ ਸਰੀ ਸੈਂਟਰ ਖੇਤਰ ਵਿੱਚ ਇੱਕ ਬੈਂਕ ਵਿੱਚ ਲੁੱਟ ਹੋਈ ਹੈ, ਜਿਸ ਦੇ ਬਾਰੇ ਉਹਨਾਂ ਨੇ ਦੱਸਿਆ ਕਿ 12 ਮਾਰਚ 2021 ਨੂੰ ਸ਼ਾਮੀ 7 ਵਜੇ ਦੇ ਕਰੀਬ ਦਾ ਸਮਾਂ ਸੀ ਜਦੋਂ ਸਰੀ RCMP ਨੂੰ ਜਾਣਕਾਰੀ ਮਿਲੀ ਕਿ 128 ਬਲਾਕ ਤੇ 96 ਐਵੇਨਿਊ ਦੇ ਉੱਤੇ ਇੱਕ ਬੈਂਕ ਦੇ ਵਿੱਚ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 2 ਵਿਅਕਤੀ ਜਿਨ੍ਹਾਂ ਦੀ ਪਛਾਣ ਹਜੇ ਸਾਹਮਣੇ ਨਹੀਂ ਆਈ ਹੈ, ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਨੇ ਸਰਵਿਸ ਕਾਊਂਟਰ ਦੇ ਉੱਤੇ ਪਹੁੰਚ ਕੇ ਪੈਸਿਆਂ ਦੀ ਮੰਗ ਕੀਤੀ ਤਾਂ ਦੂਜਾ ਵਿਅਕਤੀ ਬਾਹਰਲੇ ਗੇਟ ਦੇ ਉੱਤੇ ਹੀ ਖੜਾ ਰਿਹਾ ਤੇ ਜਦੋਂ ਸਰਵਿਸ ਕਾਊਂਟਰ ਦੇ ਉੱਤੇ ਵਿਅਕਤੀ ਜਿਹੜਾ ਮੌਜੂਦ ਸੀ ਉਹ ਬੈਂਕ ਦੇ ਵਿੱਚ ਕਾਮੇ ਨੂੰ ਧਮਕੀਆਂ ਦੇ ਰਿਹਾ ਸੀ ਤੇ ਪੈਸੇ ਮੰਗ ਰਿਹਾ ਸੀ ਤੇ ਪੈਸੇ ਲੈਣ ਤੋਂ ਬਾਅਦ ਦੋਵੇਂ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਦੋਵਾਂ ਦੀਆਂ ਤਸਵੀਰਾਂ ਨੂੰ ਪੁਲਿਸ ਨੇ ਜਾਂਚ ਤੋਂ ਬਾਅਦ ਸਾਂਝਾ ਕੀਤਾ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੋ ਸਰਵਿਸ ਕਾਊਂਟਰ ਦੇ ਉੱਤੇ ਵਿਅਕਤੀ ਪਹੁੰਚਿਆ ਸੀ ਉਹ ਕਾਲਾ ਵਿਅਕਤੀ ਸੀ, ਜਿਸ ਦੇ ਕਾਲੇ ਵਾਲ ਸਨ। ਉਸਨੇ ਸਫੇਦ ਰੰਗ ਦੀ ਕਮੀਜ਼ ਪਾਈ ਹੋਈ ਸੀ, ਗ੍ਰੇ ਜੀਨ ਪਾਈ ਹੋਈ ਸੀ, ਕਾਲੇ ਰੰਗ ਦਾ ਮਾਸਕ ਲਗਾਇਆ ਹੋਇਆ ਸੀ ਤੇ ਨੀਲੇ ਰੰਗ ਦੇ ਦਸਤਾਨੇ ਪਾਏ ਹੋਏ ਸਨ ਤੇ ਨਾਲ ਹੀ ਜੋ ਦੂਜਾ ਸ਼ੱਕੀ ਵਿਅਕਤੀ ਹੈ ਜੋ ਦਰਵਾਜ਼ੇ ਦੇ ਉੱਤੇ ਮੌਜੂਦ ਸੀ ਉਹ ਵੀ ਕਾਲਾ ਵਿਅਕਤੀ ਸੀ, ਜਿਸ ਦੇ ਕਾਲੇ ਵਾਲ ਸਨ ਤੇ ਉਸਨੇ ਗ੍ਰੇ ਟੌਪ ਪਾਇਆ ਹੋਇਆ ਸੀ, ਕਾਲੇ ਰੰਗ ਦਾ ਮਾਸਕ ਲਗਾਇਆ ਹੋਇਆ ਸੀ, ਨੀਲੀ ਹੈਟ ਉਸਨੇ ਪਾਈ ਹੋਈ ਸੀ ਜਿਸ ਦੇ ਉੱਤੇ ਸੁਨਹਿਰੇ ਰੰਗ ਦਾ ਨਿਸ਼ਾਨ ਸੀ ਤੇ ਉਸਨੇ ਵੀ ਨੀਲੇ ਰੰਗ ਦੇ ਦਸਤਾਨੇ ਪਾਏ ਹੋਏ ਸਨ। ਪੁਲਿਸ ਨੇ ਕਿਹਾ ਕਿ ਇਹਨਾਂ ਦੋਵਾਂ ਦੇ ਬਾਰੇ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਸਰੀ RCMP ਨਾਲ 604 599 0502 ਤੇ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਅਗਲੀ ਖਬਰ ਪ੍ਰਿੰਸ ਫਿਲਿਪ ਦੇ ਬਾਰੇ ਹੈ। ਜਿਵੇਂ ਕਿ ਮੌਜੂਦਾ ਰਾਣੀ ਦੇ ਪਤੀ ਪ੍ਰਿੰਸ ਫਿਲਿਪ ਦਾ ਅੱਜ ਦੇਹਾਂਤ ਹੋਇਆ ਤੇ ਇਸ ਦੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਅਫਸੋਸ ਦਾ ਪ੍ਰਗਟਾਵਾ ਕੀਤਾ। ਕਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਉਹ ਤੁਹਾਨੂੰ ਦੱਸਾਂਗੇ। ਬਕਿੰਗਮ ਪੈਲੇਸ ਨੇ ਜਾਣਕਾਰੀ ਦਿੱਤੀ ਹੈ ਕਿ 99 ਸਾਲ ਦੀ ਉਮਰ ਵਿੱਚ ਪ੍ਰਿੰਸ ਫਿਲਿਪ ਦਾ ਦੇਹਾਂਤ ਹੋ ਗਿਆ ਹੈ। ਪ੍ਰਿੰਸ ਫਿਲਿਪ ਰਾਣੀ ਐਲਿਜ਼ਾਬੈਥ ਦੇ ਪਤੀ ਸਨ ਤੇ ਇਸ ਦੇ ਬਾਰੇ ਜਦੋਂ ਜਾਣਕਾਰੀ ਸਾਹਮਣੇ ਆਈ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਦੇ ਉੱਤੇ ਅਫਸੋਸ ਦਾ ਪ੍ਰਗਟਾਵਾ ਕੀਤਾ, ਜਿਨ੍ਹਾਂ ਨੇ ਬਿਆਨ ਜਾਰੀ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ, ਜਿਨ੍ਹਾਂ ਕਿਹਾ ਕਿ ਕਾਫੀ ਡੂੰਘੇ ਦੁੱਖ ਦਾ ਉਹ ਪ੍ਰਗਟਾਵਾ ਕਰਦੇ ਨੇ ਜੋ
ਦ ਡਿਊਕ ਆਫ ਐਡਿਨਬਰਗ ਦੇ ਚਲੇ ਜਾਣ ਦਾ ਉਹਨਾਂ ਨੂੰ ਪਤਾ ਲੱਗਿਆ, ਜਿਨ੍ਹਾਂ ਪ੍ਰਿੰਸ ਫਿਲਿਪ ਦੇ ਲਈ ਕਿਹਾ ਕਿ ਉਹਨਾਂ ਨੇ ਨੇਵੀ ਦੇ ਅਧਿਕਾਰੀ ਵਜੋਂ ਸਰਵਿਸ ਦਿੱਤੀ ਤੇ ਫਿਰ ਭਾਈਚਾਰਿਆਂ ਨੂੰ ਇੱਕ ਦੂਜੇ ਦੇ ਨਾਲ ਜੋੜਨ ਸੰਬੰਧੀ ਵਧੀਆ ਲੀਡਰ ਦਾ ਰੋਲ ਅਦਾ ਕੀਤਾ ਹੈ, ਜਿਨ੍ਹਾਂ ਨੂੰ ਹਮੇਸ਼ਾ ਵਧੀਆ ਲੋਕਾਂ ਦੀ ਸੂਚੀ ਦੇ ਵਿੱਚ ਜਾਣਿਆ ਗਿਆ ਹੈ। ਜਿਨ੍ਹਾਂ ਕਿਹਾ ਕਿ ਪ੍ਰਿੰਸ ਫਿਲਿਪ ਨੇ ਕੈਨੇਡਾ ਦੀਆਂ ਫੌਜਾਂ ਦੇ ਨਾਲ ਖਾਸ ਰਿਸ਼ਤਾ ਬਣਾ ਕੇ ਰੱਖਿਆ। ਸਾਲ 2011 ਵਿੱਚ ਉਹਨਾਂ ਨੂੰ ਕੈਨੇਡੀਅਨ ਆਰਮੀ ਤੇ ਰਾਇਲ ਕੈਨੇਡੀਅਨ 에ਅਰ ਫੋਰਸ ਦੇ ਆਨਰਰੀ ਜਨਰਲ ਦਾ ਅਹੁਦਾ ਦਿੱਤਾ ਗਿਆ ਸੀ ਤੇ ਨਾਲ ਹੀ ਰਾਇਲ ਕੈਨੇਡੀਅਨ ਨੇਵੀ ਦੇ ਆਨਰਰੀ ਐਡਮਾਇਰਲ ਵਜੋਂ ਵੀ ਅਹੁਦਾ ਦਿੱਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਿੰਸ ਫਿਲਿਪ ਦੇ ਵੱਲੋਂ ਪਾਏ ਗਏ ਯੋਗਦਾਨ ਦਾ ਜ਼ਿਕਰ ਕੀਤਾ ਤੇ ਉਹਨਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਯਾਦ ਵੀ ਕੀਤਾ, ਜਿਨ੍ਹਾਂ ਕਿਹਾ ਕਿ ਇੱਕ ਪਰਿਵਾਰ ਨੇ ਪਿਆਰ ਕਰਨ ਵਾਲਾ ਪਤੀ, ਪਿਤਾ, ਦਾਦਾ ਤੇ ਪੜਦਾਦਾ ਖੋ ਦਿੱਤਾ ਹੈ। ਜਿਨ੍ਹਾਂ ਕਿਹਾ ਕਿ ਕੈਨੇਡਾ ਵਾਸੀਆਂ ਦੇ ਵੱਲੋਂ ਉਹ ਅਜਿਹੇ ਸਮੇਂ ਵਿੱਚ ਰਾਇਲ ਪਰਿਵਾਰ ਦੇ ਨਾਲ ਨੇ ਤੇ ਅਫਸੋਸ ਦਾ ਪ੍ਰਗਟਾਵਾ ਕਰਦੇ ਨੇ। That it is with deep sadness this morning that we all learned of the passing of His Royal Highness the Duke of Edinburgh. Prince Philip was a man of service, motivated by a sense of duty to others. I know that through the Duke of Edinburgh's award, he helped empower millions of young people from all backgrounds, including here in Canada, to realize their greatest potential. And that's just one example of his many contributions. Prince Philip will be remembered as a champion for young people, a decorated naval officer, a dedicated philanthropist, and a constant in the life of Queen Elizabeth II. ਇਸ ਤਰ੍ਹਾਂ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।